एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਇੰਗਲਿਸ਼ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਤੇ ਉਹਦਾ 7ਵਾਂ ਚੈਪਟਰ ਦ ਪੰਜਾਬ ਅ ਗਲਿੰਪਸ ਯਾਨੀ ਪੰਜਾਬ ਦੀ ਝਲਕ ਆਪਾਂ ਇਸ ਚੈਪਟਰ ਵਿੱਚ ਪੜਾਂਗੇ। ਸ਼ੁਰੂ ਕਰਦੇ ਹਾਂ ਪ੍ਰੀ ਰੀਡਿੰਗ ਤੋਂ। ਡਿਕਸ਼ਨਰੀ ਰੈਫਰੈਂਸ ਲਰਨਿੰਗ ਨਿਊ ਵਰਡ, ਸਭ ਤੋਂ ਪਹਿਲਾਂ ਨਵੇਂ ਵਰਡ ਸਿੱਖਾਂਗੇ। ਐਕਟੀਵਿਟੀ 1 look up the following words in a dictionary। ਜਿਹੜੇ ਸ਼ਬਦ ਦਿੱਤੇ ਹੋਏ ਨੇ ਉਹਨਾਂ ਦਾ ਮਤਲਬ ਡਿਕਸ਼ਨਰੀ ਵਿੱਚ ਲੱਭਣਾ ਹੈ। You should seek the following information about the words and put them in your words notebook। ਇਹਨਾਂ ਸ਼ਬਦਾਂ ਬਾਰੇ ਹੇਠ ਲਿਖੀ ਜਿਹੜੀ ਜਾਣਕਾਰੀ ਹੈ ਉਹ ਇਕੱਠੀ ਕਰਕੇ words notebook ਦੇ ਵਿੱਚ ਆਪਾਂ ਐਡ ਕਰਨਾ, ਜਿਹਦੇ ਵਿੱਚ ਨਵੇਂ words ਲਿਖਦੇ ਹਾਂ। ਕਿਹੜੀ ਜਾਣਕਾਰੀ ਇਕੱਠੀ ਕਰਨੀ ਹੈ? ਸਭ ਤੋਂ ਪਹਿਲਾਂ meaning of the word as used in the lesson, adjective, noun, verb, etc। ਵੀ ਇਹ ਜਿਹੜਾ ਸ਼ਬਦ ਹੈ ਕਿਸ ਵਜੋਂ ਵਰਤਿਆ ਗਿਆ ਇਸ ਪਾਠ ਦੇ ਵਿੱਚ, ਕਿ ਇਹ ਇੱਕ ਵਿਸ਼ੇਸ਼ਣ ਹੈ, ਨਾਂਵ ਹੈ, ਕਿਰਿਆ ਕੀ ਹੈ। ਦੂਜੀ ਗੱਲ ਪ੍ਰੋਨੰਸੀਏਸ਼ਨ, ਉਚਾਰਨ ਕਿਵੇਂ ਕਰਨਾ ਹੈ, ਤੇ ਤੀਜੀ ਗੱਲ ਸਪੈਲਿੰਗਸ। ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਵਰਡ ਹੈਗਾ ਰੈਕਗਨਾਈਜ਼, ਪਛਾਣਨਾ। ਪਵੇਲੀਅਨ, ਜ਼ੈਸਟ, ਇਨਵੇਜਨ, ਹਮਲਾ। ਬਰੂਟਲ, ਬੇਰਹਿਮੀ। ਪ੍ਰੋਸੈਸ਼ਨ, ਜਲੂਸ। ਇਰੀਗੇਟ, सिंचाई। मेलोडियस, सुरीला। श्राइन, पिलग्रमेज, तीर्थ यात्रा। आर्किटेक्ट, मैन्युफैक्चर। ठीक है, बाकी वर्ड्स ਜਿਹੜੇ ਨੇ ਜਿਵੇਂ ਜਿਵੇਂ ਆਪਾਂ ਚੈਪਟਰ ਪੜਾਂਗੇ ਤੁਹਾਨੂੰ ਸਮਝ ਆ ਜਾਏਗਾ। तो चलो शुरू करिए चैप्टर ਨੂੰ। रीडिंग, लेट अस रीड द पंजाब अ ग्लिम्प्स, पंजाब ਦੀ ਇੱਕ ਝਲਕ। ਬੱਲੇ ਬੱਲੇ ਓ ਬੱਲੇ ਬੱਲੇ। Mr. Matthew had taken his students on a trip to Amritsar। ਸ਼੍ਰੀ ਮੈਥਿਊ ਆਪਣੇ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਇੱਕ ਯਾਤਰਾ ਤੇ ਲੈ ਕੇ ਗਏ ਸੀ। Children, you must have recognized this famous folk dance of Punjab, said Mr. Matthew, pointing at the Bhangra dancers in front of the Punjab pavilion। ਤੇ ਇੱਥੇ ਜਦੋਂ ਅੰਮ੍ਰਿਤਸਰ ਲੈ ਕੇ ਗਏ ਆਪਣੇ ਬੱਚਿਆਂ ਨੂੰ, ਆਪਣੇ ਸਟੂਡੈਂਟਸ ਨੂੰ ਆਪਣੇ ਨਾਲ, ਤੇ ਉੱਥੇ ਭੰਗੜਾ ਹੋ ਰਿਹਾ ਸੀ ਤੇ ਉੱਥੇ ਇਸ਼ਾਰਾ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਬੱਚਿਓ ਤੁਸੀਂ ਪੰਜਾਬ ਦੇ ਇਸ ਮਸ਼ਹੂਰ ਫੋਕ ਡਾਂਸ ਯਾਨੀ ਲੋਕ ਨਾਚ ਨੂੰ ਤਾਂ ਪਛਾਣ ਹੀ ਲਏ ਹੋਵੋਗੇ, ਵੀ ਪਤਾ ਲੱਗ ਗਿਆ ਹੋਏਗਾ ਵੀ ਇਹ ਕੀ ਹੈਗਾ। ਕਿਉਂਕਿ ਉੱਥੇ ਨਾ ਕੁਝ ਬੱਚੇ ਜਿਹੜੇ ਨੇ ਉਹ ਡਾਂਸ ਦਿਖਾ ਰਹੇ ਸੀ, ਕਰ ਰਹੇ ਸੀ, ਭੰਗੜਾ ਕਰ ਰਹੇ ਸੀ ਇਨ ਫਰੰਟ ਆਫ ਪੰਜਾਬ ਪਵੇਲੀਅਨ। ਪਵੇਲੀਅਨ ਆਪਾਂ ਕਹਿ ਸਕਦੇ ਹਾਂ ਦੋ ਮਤਲਬ ਨੇ, ਇੱਕ ਵੱਡਾ ਜਿਹਾ ਟੈਂਟ ਹੁੰਦਾ ਉਹਨੂੰ ਵੀ ਪਵੇਲੀਅਨ ਕਹਿੰਦੇ ਆ, ਤੇ ਦੂਜੀ ਥਾਂ ਸ਼ਾਇਦ ਤੁਹਾਨੂੰ ਪਤਾ ਹੋਏਗਾ ਵੀ ਜਿੱਥੇ ਕ੍ਰਿਕਟ ਦਾ ਮੈਚ ਹੁੰਦਾ ਉਹਦੇ ਆਲੇ ਦੁਆਲੇ ਜਿੱਥੇ ਕੱਪੜੇ ਬਦਲੇ ਜਾਂਦੇ ਆ ਜਾਂ ਖਿਡਾਰੀ ਆ ਕੇ ਰੈਸਟ ਲੈਂਦੇ ਨੇ ਉਹਨੂੰ ਵੀ ਪਵੇਲੀਅਨ ਕਿਹਾ ਜਾਂਦਾ ਹੈ। ਅੱਗੇ ਪੜ੍ਹਦੇ ਹਾਂ। Yes sir, we saw this folk dance during the Republic Day celebrations this year, replied the children। ਤੇ ਬੱਚਿਆਂ ਨੇ ਜਵਾਬ ਦਿੱਤਾ ਕਿ ਹਾਂਜੀ ਸਰ, ਅਸੀਂ ਇਸ ਸਾਲ ਗਣਤੰਤਰ ਦਿਵਸ ਤੇ ਨਜ਼ਾਰਾ ਦੇਖਿਆ ਸੀ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਲੋਕ ਨਾਚ ਹੈਗਾ ਇਹ ਉੱਥੇ ਵੀ ਕੀਤਾ ਗਿਆ ਸੀ। The dance is full of energy, it shows the great zest। zest ਦਾ ਮਤਲਬ ਹੁੰਦਾ ਹੈ ਉਤਸ਼ਾਹ, ਐਕਸਾਈਟਮੈਂਟ, ਜੋਸ਼ ਜਿਹਨੂੰ ਆਪਾਂ ਕਹਿੰਦੇ ਆ। It shows great zest for life of the Punjabis, said Mr. Matthew। ਤੇ ਮਿਸਟਰ ਮੈਥਿਊ ਨੇ ਜਵਾਬ ਦਿੱਤਾ ਵੀ ਹਾਂਜੀ ਇਹ ਜਿਹੜਾ ਡਾਂਸ ਹੈਗਾ ਇਹ ਬਹੁਤ ਆਪਾਂ ਕਹਿ ਸਕਦੇ ਹਾਂ ਸ਼ਕਤੀ ਚਾਹੀਦੀ ਹੈ, ਐਨਰਜੀ ਚਾਹੀਦੀ ਹੈ ਇਸ ਡਾਂਸ ਨੂੰ ਕਰਨ ਦੇ ਲਈ। ਤੇ ਨਾਲ ਦੀ ਨਾਲ ਇਹ ਵੀ ਦਰਸਾਉਂਦਾ ਵੀ ਪੰਜਾਬੀਆਂ ਦੇ ਜੀਵਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋਸ਼ ਭਰਿਆ ਹੁੰਦਾ। ਪੰਜਾਬੀਜ਼ ਆਰ ਵੈਰੀ ਸੈਲਫ ਰਿਸਪੈਕਟਿੰਗ ਐਂਡ ਹਾਰਡ ਵਰਕਿੰਗ ਪੀਪਲ। ਵੀ ਜਿਹੜੇ ਪੰਜਾਬੀ ਹੁੰਦੇ ਨੇ ਉਹ ਸਵੈ ਮਾਣ ਵਾਲੇ ਲੋਕ ਤੇ ਮਿਹਨਤੀ ਲੋਕ ਹੁੰਦੇ ਨੇ। You will never find them begging in the streets। ਤੇ ਤੁਸੀਂ ਕਦੀ ਉਹਨਾਂ ਨੂੰ ਗਲੀਆਂ ਵਿੱਚ ਭੀਖ ਮੰਗਦੇ ਹੋਏ ਨਹੀਂ ਦੇਖੋਗੇ। ਆਤਮ ਇੱਕ ਮਾਣ ਹੁੰਦਾ ਉਹਨਾਂ ਵਿੱਚ। They are also very brave and never show their back in a battlefield। ਤੇ ਇਹ ਪੰਜਾਬੀ ਜਿਹੜੇ ਹੁੰਦੇ ਨੇ ਬਹੁਤ ਬਹਾਦਰ ਵੀ ਹੁੰਦੇ ਨੇ ਤੇ ਕਦੀ ਵੀ ਲੜਾਈ ਦੇ ਮੈਦਾਨ ਵਿੱਚ ਆਪਣੀ ਪਿੱਠ ਦਿਖਾ ਕੇ ਵਾਪਸ ਨਹੀਂ ਆਉਂਦੇ, ਹਾਰ ਮੰਨ ਕੇ ਵਾਪਸ ਨਹੀਂ ਆਉਂਦੇ। According to the history of Punjab, the Punjabis have faced all the foreign invasions boldly। ਪੰਜਾਬ ਦੇ ਇਤਿਹਾਸ ਅਨੁਸਾਰ ਪੰਜਾਬੀਆਂ ਨੇ ਸਾਰੇ ਵਿਦੇਸ਼ੀ ਹਮਲਿਆਂ ਦਾ ਦਲੇਰੀ ਨਾਲ ਸਾਹਮਣਾ ਕੀਤਾ। ਕਿਉਂਕਿ ਸਾਡਾ ਜਿਹੜਾ ਸਟੇਟ ਹੈਗਾ ਉਹ ਪੈਂਦਾ ਹੀ ਬਾਰਡਰ ਤੇ ਹੈਗਾ। Such the struggle for India's freedom, Punjab gave the country great heroes। ਜਿਵੇਂ ਕਿ ਭਾਰਤ ਦੀ ਆਜ਼ਾਦੀ ਦੇ ਵਿੱਚ ਜਾਂ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਪੰਜਾਬ ਨੇ ਦੇਸ਼ ਨੂੰ ਮਹਾਨ ਸੂਰਮੇ ਦਿੱਤੇ ਸੀ। They included patriots such as Lala Lajpat Rai, Bhagat Singh, Sukhdev, Udham Singh, Kartar Singh Sarabha and many others।
ਤੇ ਇਹਨਾਂ ਵਿੱਚੋਂ ਕੁਝ ਮਸ਼ਹੂਰ ਜਿਹੜੇ ਦੇਸ਼ ਭਗਤ ਸੀ ਉਹ ਕੌਣ ਸੀ। ਇਹ ਨਾਮ ਸ਼ਾਇਦ ਤੁਸੀਂ ਸੁਣਿਆ ਹੋਏਗਾ, ਲਾਲਾ ਲਾਜਪਤ ਰਾਏ, ਭਗਤ ਸਿੰਘ, ਸੁਖਦੇਵ, ਉਦਮ ਸਿੰਘ, ਕਰਤਾਰ ਸਿੰਘ ਸਰਾਭਾ ਤੇ ਹੋਰ ਵੀ ਬਹੁਤ ਸੀ। ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸਿਓ ਹੋਰ ਕਿਹੜੇ ਨਾਮ ਤੁਹਾਨੂੰ ਪਤਾ ਨੇ। We call Lala Lajpat Rai Shere Punjab and Bhagat Singh Shahid-e Azam। ਤੇ ਅਸੀਂ ਲਾਲਾ ਲਾਜਪਤ ਦਾ ਦੂਜਾ ਨਾਮ ਸ਼ੇਰੇ ਪੰਜਾਬ ਰੱਖਿਆ ਹੋਇਆ ਤੇ ਭਗਤ ਸਿੰਘ ਜੀ ਨੂੰ ਸ਼ਹੀਦ-e ਆਜ਼ਮ ਕਹਿੰਦੇ ਆ। All these brave sons of Punjab sacrificed their lives for their country। ਤੇ ਇਹ ਪੰਜਾਬ ਦੇ ਜਿਹੜੇ ਸਾਰੇ ਬਹਾਦਰ ਪੁੱਤਰ ਹੈਗੇ ਨੇ, ਇਹਨਾਂ ਨੇ ਦੇਸ਼ ਦੀ ਕੁਰਬਾਨੀ ਲਈ, ਆਪਣੀ ਦੇਸ਼ ਦੇ ਲਈ ਕੁਰਬਾਨੀ ਦੇ ਦਿੱਤੀ, ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। Lala Lajpat Rai died as a result of brutal lathi charge while he was leading a procession against the British in 1928। ਲਾਲਾ ਲਾਜਪਤ ਰਾਏ ਦੀ ਮੌਤ 1928 ਨਾਲ, ਸ਼ਾਇਦ ਤੁਹਾਨੂੰ ਪਤਾ ਹੋ, ਸਾਈਮਨ ਕਮਿਸ਼ਨ ਆਇਆ ਸੀ। ਸਾਈਮਨ ਕਮਿਸ਼ਨ ਜਿਹੜਾ ਭਾਰਤ ਦੇ ਵਿੱਚ ਤਬਦੀਲੀਆਂ ਲੈ ਕੇ ਆਇਆ ਸੀ, ਉਹਦੇ ਵਿੱਚ ਸਾਰੇ ਅੰਗਰੇਜ਼ ਮੈਂਬਰ ਸੀ ਤੇ ਲਾਲਾ ਲਾਜਪਤ ਰਾਏ ਤੇ ਬਾਕੀ ਸਾਥੀਆਂ ਨੇ ਬਗਾਵਤ ਕੀਤੀ ਸੀ ਕਿ ਨਹੀਂ ਸਾਡੇ ਦੇਸ਼ ਨੂੰ ਚਲਾਉਣ ਲਈ ਸਾਡੇ ਲੋਕ ਤਾਂ ਹੋਣੇ ਚਾਹੀਦੇ ਨੇ ਚੁਣਿੰਦਾ। ਤੇ ਉਦੋਂ ਲਾਠੀ ਚਾਰਜ ਹੋਇਆ ਸੀ ਜਦੋਂ ਬਗਾਵਤ ਕਰ ਰਹੇ ਸੀ। ਪ੍ਰੋਸੈਸ਼ਨ ਯਾਨੀ ਕਿ ਉਸ ਟਾਈਮ ਤੇ ਉਹ ਅਗਵਾਈ ਕਰ ਰਹੇ ਸੀ ਇੱਕ ਜਲੂਸ ਦੀ, ਤੇ ਉਹਨਾਂ ਦੀ ਬੇਰਹਿਮੀ ਨਾਲ ਲਾਠੀ ਚਾਰਜ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ। ਫਿਰ ਤੁਹਾਨੂੰ ਪਤਾ ਹੋਏਗਾ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ were hanged for raising their voice against the British cruelties। ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਜਿਹੜੇ ਹੈਗੇ ਨੇ, ਉਹਨਾਂ ਨੂੰ ਅੰਗਰੇਜ਼ਾਂ ਦੇ ਜ਼ੁਲਮਾਂ ਦੇ ਖਿਲਾਫ ਜਦੋਂ ਉਹਨਾਂ ਨੇ ਆਪਣੀ ਆਵਾਜ਼ ਚੱਕੀ ਤਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ। ਜਦ ਫਾਂਸੀ ਦੀ ਸਜ਼ਾ ਹੋਈ, ਭਗਤ ਸਿੰਘ was just 23 years old then। ਉਹ ਤਾਂ ਵਿਚਾਰੇ ਬੱਚੇ ਹੀ ਸੀ, ਅਜੇ 23 ਸਾਲਾਂ ਦੇ ਸੀ। ਤੁਸੀਂ ਆਪ ਸੋਚੋ ਉਹਨਾਂ ਨੂੰ ਕਿੰਨੀ ਸਮਝ ਸੀ। Children, look at the portraits of all the freedom fighters in the pavilion। ਤੇ ਉੱਥੇ ਜਿੱਥੇ ਉਹ ਗਏ ਸੀ ਉੱਥੇ ਉਹਨਾਂ ਨੂੰ ਕਿਹਾ ਗਿਆ ਵੀ ਇੱਥੇ ਇਸ ਮੰਡਪ ਦੇ ਵਿੱਚ, ਇਸ ਏਰੀਆ ਦੇ ਵਿੱਚ ਤੁਸੀਂ ਦੇਖੋ ਸਾਰੇ ਸਾਡੇ ਜਿਹੜੇ ਦੇਸ਼ ਭਗਤ ਹੈਗੇ ਨੇ ਜਿਨ੍ਹਾਂ ਨੇ ਆਪਣੀ ਕੁਰਬਾਨੀ ਦਿੱਤੀ, ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਸਰ, what is this building that has marks all over its walls? asked ਚਿੰਟੂ। ਤੇ ਚਿੰਟੂ ਨੇ ਕਿਹਾ ਵੀ ਸਰ ਇਹ ਇਮਾਰਤ ਕਿਸ ਚੀਜ਼ ਦੀ ਹੈਗੀ ਹੈ ਜਿਸ ਦੀਆਂ ਸਾਰੀਆਂ ਕੰਧਾਂ ਉੱਤੇ ਕੋਈ ਨਾ ਕੋਈ ਨਿਸ਼ਾਨ ਲੱਗੇ ਹੋਏ ਸੀ। Mr. Matthew told Chintu, this is the famous Jallianwala Bagh of Amritsar and these are bullet marks। ਤੇ ਮੈਥਿਊ ਸਰ ਨੇ ਦੱਸਿਆ ਵੀ ਚਿੰਟੂ ਇਹ ਮਸ਼ਹੂਰ ਅੰਮ੍ਰਿਤਸਰ ਦਾ ਜਲਿਆਂਵਾਲਾ ਬਾਗ ਹੈਗਾ ਤੇ ਨਿਸ਼ਾਨ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਇਹ ਸਾਰੇ ਗੋਲੀਆਂ ਦੇ ਮਾਰਕਸ ਹੈਗੇ ਨੇ, ਨਿਸ਼ਾਨ ਹੈਗੇ ਨੇ। ਸ਼ਾਇਦ ਤੁਹਾਨੂੰ ਜਲਿਆਂਵਾਲੇ ਬਾਗ ਦਾ ਸਾਕਾ ਯਾਦ ਹੋਏ। On 13th April 1919, a crowd of around 20,000 people had gathered for a public meeting here। 13 ਅਪ੍ਰੈਲ 1919 ਨੂੰ ਇੱਥੇ ਇੱਕ ਜਨਰਲ ਜੀ ਮੀਟਿੰਗ ਦੇ ਲਈ ਲਗਭਗ 20,000 ਲੋਕਾਂ ਦੀ ਭੀੜ ਇਕੱਠੀ ਹੋਈ ਸੀ। They included men, women and children। ਤੇ ਉਹਦੇ ਵਿੱਚ ਮਰਦ ਵੀ ਸੀ, ਔਰਤਾਂ ਵੀ ਸੀ ਤੇ ਬੱਚੇ ਵੀ ਸੀ। The British General O'Dwyer came there with his armed soldiers। ਤੇ ਬ੍ਰਿਟਿਸ਼ ਆਰਮੀ ਦੇ ਜਨਰਲ ਉਡਾਇਰ ਆਪਣੇ ਨਾਲ ਦੇ ਜਿਹੜੇ ਸੋਲਜਰਸ ਸੀ ਉਹਨਾਂ ਨਾਲ, ਹਥਿਆਰਾਂ ਨਾਲ, ਸਿਪਾਹੀਆਂ ਨਾਲ ਉੱਥੇ ਪਹੁੰਚ ਗਏ। He blocked all the exit points। ਤੇ ਉਹਨਾਂ ਨੇ ਸਾਰੇ ਬਾਹਰ ਜਾਣ ਵਾਲੇ ਜਿਹੜੇ ਪੁਆਇੰਟਸ ਸੀ, ਜਿਹੜੇ ਰਸਤੇ ਸੀ, ਉਹ ਬੰਦ ਕਰਤੇ ਕਿ ਕੋਈ ਭੱਜ ਨਾ ਸਕੇ। Then he ordered his men to start firing without giving any warning to the people gathered there। ਤੇ ਉੱਥੇ ਖੜ ਕੇ ਜਦ ਸਾਰੇ ਰਸਤੇ ਉਹਨੇ ਬੰਦ ਕਰਤੇ ਬਾਹਰ ਜਾਂਦੇ, ਫਿਰ ਉਸਨੇ ਆਪਣੇ ਆਦਮੀਆਂ ਨੂੰ, ਉੱਥੇ ਇਕੱਠੇ ਹੋਏ ਲੋਕਾਂ ਨੂੰ ਬਿਨਾਂ ਕੋਈ ਚੇਤਾਵਨੀ ਦਿੱਤੇ ਗੋਲੀਆਂ ਨਾਲ ਭੁੰਨ ਦੇਣ ਦਾ ਹੁਕਮ ਦਿੱਤਾ। About 1,000 people were killed and more than 1,500 were wounded। 1000 ਲੋਕਾਂ ਦੀ ਤਾਂ ਉੱਥੇ ਮੌਤ ਹੋ ਗਈ ਤੇ ਲਗਭਗ 1500 ਲੋਕਾਂ ਨੂੰ ਸੱਟ ਵੀ ਲੱਗੀ, wounded ਯਾਨੀ ਸੱਟਾਂ ਲੱਗੀਆਂ। Mr. Matthew told his students about the partition of India in 1947। ਤੇ ਇੰਡੀਆ ਦਾ ਪਾਰਟੀਸ਼ਨ ਹੋਇਆ ਸੀ, ਇੰਡੀਆ ਪਾਕਿਸਤਾਨ ਦੀ ਵੰਡ ਜੋ ਹੋਈ ਸੀ ਉਹਦੇ ਬਾਰੇ ਵੀ ਮਿਸਟਰ ਮੈਥਿਊ ਨੇ ਬੱਚਿਆਂ ਨੂੰ ਜਾਗਰੂਕ ਕੀਤਾ। The people of Punjab suffered due to the partition of the country on the eve of independence in 1947। ਤੇ ਉਹਨਾਂ ਨੇ ਦੱਸਿਆ ਵੀ 1947 ਵਿੱਚ ਆਜ਼ਾਦੀ ਜਦ ਹੋਈ ਤਾਂ ਉਸ ਵੰਡ ਵੇਲੇ ਪੰਜਾਬ ਦੇ ਲੋਕਾਂ ਨੂੰ ਬਹੁਤ ਦੁੱਖ ਝੇਲਣੇ ਪਏ। There was terrible bloodshed। ਵੀ ਬਹੁਤ ਭਿਆਨਕ ਖੂਨ ਖਰਾਬਾ ਹੋਇਆ ਸੀ। Thousands of people had to leave their homes and live in refugee camps। ਮਤਲਬ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ
ਰਿਫਿਊਜੀ ਕੈਂਪ ਥੋੜੀ ਦੇਰ ਲਈ ਜਿੱਥੇ ਪਨਾਹ ਦਿੱਤੀ ਜਾਂਦੀ ਹੈ ਉੱਥੇ ਰਹਿਣਾ ਪਿਆ ਸੀ। However, the Punjabis worked hard and started life afresh. ਕੁਝ ਵੀ ਨਹੀਂ ਬਚਿਆ ਸੀ ਵੰਡ ਤੋਂ ਬਾਅਦ, ਪਰ ਫਿਰ ਵੀ ਪੰਜਾਬੀਆਂ ਨੇ ਸਖਤ ਮਿਹਨਤ ਕੀਤੀ ਤੇ ਨਵੇਂ ਸਿਰੋਂ ਜੀਵਨ ਦੀ ਸ਼ੁਰੂਆਤ ਕੀਤੀ। They played a great role in rebuilding the state. ਸਿਰਫ ਆਪਣੇ ਜੀਵਨ ਨੂੰ ਖੜਾ ਨਹੀਂ ਕੀਤਾ, ਸਗੋਂ ਉਹਨਾਂ ਨੇ ਸੂਬੇ ਨੂੰ ਦੁਬਾਰਾ ਉਸ ਦਾ ਨਿਰਮਾਣ ਕਰਨ ਦੇ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। They made Punjab the granary of India with their hard work and agricultural skills. ਉਹਨਾਂ ਨੇ ਆਪਣੀ ਮਿਹਨਤ ਤੇ ਖੇਤੀਬਾੜੀ ਦੇ ਹੁਨਰ ਦੇ ਨਾਲ ਪੰਜਾਬ ਨੂੰ ਅਨਾਜ ਦਾ ਭੰਡਾਰ ਬਣਾਇਆ। ਠੀਕ ਹੈ। They brought about a green revolution in the country ਤੇ ਨਾਲ ਦੀ ਨਾਲ ਹਰੀ ਕ੍ਰਾਂਤੀ ਵੀ ਉਹੀ ਲੈ ਕੇ ਆਏ ਨੇ ਜਿਹਦੇ ਨਾਲ ਉਤਪਾਦਨ ਵੱਧ ਗਿਆ ਸੀ ਚੀਜ਼ਾਂ ਦਾ। Soon India became a developing country and it was mainly due to the hard work of Punjabis. ਤੇ ਜਲਦ ਹੀ ਭਾਰਤ ਨੇ ਇੰਨੀ ਤਰੱਕੀ ਕੀਤੀ ਕਿ ਉਹ ਵਿਕਸਿਤ ਦੇਸ਼ਾਂ ਦੇ ਵਿੱਚ ਇੱਕ ਆਪਣਾ ਨੰਬਰ ਬਣਾ ਪਾਇਆ, ਸਥਾਨ ਬਣਾ ਪਾਇਆ। ਤੇ ਇਹ ਮੁੱਖ ਤੌਰ ਤੇ ਜੋ ਹੋਇਆ ਇਹ ਇਸ ਕਰਕੇ ਹੋਇਆ ਕਿਉਂਕਿ ਪੰਜਾਬੀਆਂ ਨੇ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਸੀ। Sir, wasn't Punjab further divided when the state of Haryana was carved out of it? asked Raju. ਤੇ ਉਹ ਕਹਿੰਦੇ ਇੱਕ ਬੱਚੇ ਨੇ ਉਹਨਾਂ ਨੂੰ ਪੁੱਛਿਆ ਵੀ ਸਰ ਦੇਖੋ ਪਹਿਲੇ ਪੰਜਾਬ ਹਰਿਆਣਾ ਹਿਮਾਚਲ ਇਕੱਠੇ ਸੀ ਤਾਂ ਉਹਨਾਂ ਨੇ ਇੱਕ ਬੱਚੇ ਨੇ ਪੁੱਛਿਆ ਵੀ ਪਹਿਲਾਂ ਹਿਮਾਚਲ ਬਾਹਰ ਕੱਢਤਾ ਉਸ ਤੋਂ ਬਾਅਦ ਪੰਜਾਬ ਜਿਹੜਾ ਜਦ ਹਰਿਆਣਾ ਵੀ ਬਾਹਰ ਕੱਢਤਾ ਵੱਖਰਾ ਕਰਤਾ ਫਿਰ ਵੀ ਵੰਡ ਹੋਈ ਸੀ ਪੰਜਾਬ ਦੀ। You are right, Raju. In 1966, the state of Punjab was reorganized on the basis of Punjabi and Hindi language. ਤੇ ਉਹ ਕਹਿੰਦੇ ਵੀ ਰਾਜੂ ਤੁਸੀਂ ਠੀਕ ਕਹਿ ਰਹੇ ਹੋ। 1966 ਦੇ ਵਿੱਚ ਪੰਜਾਬ ਰਾਜ ਦਾ ਫਿਰ ਤੋਂ ਇੱਕ ਮਤਲਬ ਰੀਆਰਗੇਨਾਈਜ਼ ਕਰਨਾ ਆਪਾਂ ਕਹਿ ਸਕਦੇ ਹਾਂ। ਫਿਰ ਦੁਬਾਰਾ ਤੋਂ ਉਹਦੀ ਮੈਪ ਜਿਹੜਾ ਡਰਾ ਕੀਤਾ ਗਿਆ ਸੀ ਕਿਹਦੇ ਬੇਸਿਸ ਤੇ, ਭਾਸ਼ਾਵਾਂ ਦੇ ਬੇਸਿਸ ਤੇ, ਭਾਸ਼ਾਵਾਂ ਦੇ ਆਧਾਰ ਤੇ। Some of the hilly areas of Punjab like Lahaul Spiti, the valley of Kullu and Manali, Kangra, Dalhousie, Shimla were integrated with Himachal Pradesh. ਜਿਵੇਂ ਮੈਂ ਤੁਹਾਨੂੰ ਦੱਸਿਆ ਪੰਜਾਬ ਹਿਮਾਚਲ ਹਰਿਆਣਾ ਇਕੱਠੇ ਸੀ ਪਰ ਫਿਰ ਉਹਨਾਂ ਨੇ ਕੀ ਕੀਤਾ ਕੁਝ ਪਹਾੜੀ ਖੇਤਰ ਜਿਹੜੇ ਸੀ ਜਿਵੇਂ ਲਾਹੌਲ ਸਪੀਤੀ ਹੋ ਗਿਆ, ਕੁੱਲੂ ਮਨਾਲੀ ਦੀ ਵੈਲੀਜ਼ ਹੋ ਗਈਆਂ, ਘਾਟੀਆਂ ਹੋ ਗਈਆਂ, ਕਾਂਗੜਾ ਹੋ ਗਿਆ, ਡਲਹੌਜ਼ੀ ਹੋ ਗਿਆ, ਸ਼ਿਮਲਾ, ਇਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਜੋੜ ਦਿੱਤਾ। ਚੰਡੀਗੜ੍ਹ was made the joint capital of both Punjab and Haryana. ਚੰਡੀਗੜ੍ਹ ਨੂੰ ਪੰਜਾਬ ਤੇ ਹਰਿਆਣਾ ਦੋਵਾਂ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ। It was declared a union territory, said Mr. Matthew. ਤੇ ਇਹਨੂੰ ਚੰਡੀਗੜ੍ਹ ਨੂੰ ਇੱਕ ਯੂਨੀਅਨ ਟੈਰੀਟਰੀ ਵਜੋਂ ਘੋਸ਼ਿਤ ਕਰ ਦਿੱਤਾ ਗਿਆ। ਇਹ ਗੱਲਾਂ ਮਿਸਟਰ ਮੈਥਿਊ ਨੇ ਦੱਸੀਆਂ। ਦੇਖੋ ਯੂਨੀਅਨ ਟੈਰੀਟਰੀ ਕੀ ਹੁੰਦੀ ਹੈ? ਯੂਨੀਅਨ ਟੈਰੀਟਰੀ ਸਿੱਧਾ ਸੈਂਟਰ ਦੇ ਕੰਟਰੋਲ ਦੇ ਵਿੱਚ ਆਉਂਦੀ ਹੈ। ਜਿਵੇਂ ਸਟੇਟਸ ਦੇ ਵਿੱਚ ਸਾਡੇ ਕੋਲ ਚੀਫ ਮਿਨਿਸਟਰ ਹੁੰਦੇ ਨੇ, ਗਵਰਨਰ ਹੁੰਦੇ ਨੇ, ਠੀਕ ਹੈ, ਉਵੇਂ ਜੇ ਕਿਸੇ ਥਾਂ ਨੂੰ ਯੂਟੀ ਡਿਕਲੇਅਰ ਕਰ ਦਿੱਤਾ ਜਾਵੇ ਤਾਂ ਸੀਐਮ ਜਾਂ ਗਵਰਨਰ ਦਾ ਰੋਲ ਨਹੀਂ ਜ਼ਿਆਦਾ ਰਹਿੰਦਾ, ਉਹ ਸਿੱਧਾ ਸੈਂਟਰ ਕੰਟਰੋਲ ਕਰਦੀ ਹੈ। ਸਮਝ ਆ ਗਿਆ? ਅੱਗੇ ਚੱਲਦੇ ਹਾਂ। The reorganized Punjab came into being on 1st November 1966. ਵੀ ਦੇਖੋ ਪਹਿਲਾਂ ਪੰਜਾਬ ਦੀ ਵੰਡ ਹੋਈ ਪਾਕਿਸਤਾਨ ਦੇ ਨਾਲ ਤੇ ਫਿਰ ਦੁਬਾਰਾ ਘੱਟ-ਵੱਧ ਕੇ ਜਿਹੜਾ ਪੰਜਾਬ ਬਣਿਆ ਉਹ ਬਣਿਆ ਸੀ 1 ਨਵੰਬਰ 1966 ਨੂੰ। Now it has Pakistan on the west. ਹੁਣ ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਧਰਲੇ ਪਾਸੇ ਇਹ ਵੈਸਟ ਹੁੰਦਾ ਹੈ, ਇੱਥੇ ਪਾਕਿਸਤਾਨ ਲੱਗਦਾ ਹੈ। ਉੱਤਰਲੇ ਪਾਸੇ ਜੰਮੂ ਐਂਡ ਕਸ਼ਮੀਰ ਇਹ ਨਾਰਥ ਹੁੰਦਾ ਹੈ। ਇੱਧਰਲੇ ਪਾਸੇ ਨਾਰਥ ਈਸਟ ਦੇ ਵਿੱਚ ਹਿਮਾਚਲ ਪ੍ਰਦੇਸ਼ ਲੱਗਦਾ ਹੈ ਤੇ ਸਾਊਥ ਦੇ ਵਿੱਚ ਥੱਲੇ ਇਹਦੇ ਹਰਿਆਣਾ ਤੇ ਇੱਧਰਲੇ ਪਾਸੇ ਰਾਜਸਥਾਨ ਲੱਗਦਾ ਹੈ। ਇਹੀ ਗੱਲਾਂ ਇੱਥੇ ਦੱਸੀਆਂ ਗਈਆਂ ਨੇ। ਸਰ, here is a model of a dam. I think it is the famous Bhakra Dam, said Raju. ਤੇ ਰਾਜੂ ਕਹਿੰਦਾ ਸਰ ਇੱਥੇ ਮੈਨੂੰ ਲੱਗਦਾ ਹੈ ਵੀ ਡੈਮ ਦਾ ਇੱਕ ਮਾਡਲ ਦਿਖਾਇਆ ਗਿਆ ਹੈ ਤੇ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਵੀ ਸ਼ਾਇਦ ਇੱਕ ਭਾਖੜਾ ਡੈਮ ਹੈਗਾ। You are right, Raju, said Mr. Matthew. ਤੇ Mr. Matthew ਨੇ ਕਿਹਾ ਵੀ ਤੁਸੀਂ ਠੀਕ ਕਹਿ ਰਹੇ ਹੋ ਰਾਜੂ। This dam is 740 feet high. ਵੀ ਇਹ 740 feet ਉੱਚਾ ਹੈਗਾ। Its length is 518 meter and it is 9 meters broad. ਵੀ ਇੰਨੀ ਇਹਦੀ ਲੰਬਾਈ ਹੈ ਤੇ 9 ਮੀਟਰ ਚੌੜਾ ਹੈਗਾ। ਹੁਣ ਡੈਮ ਕੀ ਹੁੰਦਾ? ਦੇਖੋ ਬਿਜਲੀ ਪੈਦਾ ਕਰਨ ਦੇ ਲਈ ਬਹੁਤ ਹਾਈਟ ਤੋਂ ਪਾਣੀ ਰੋਕ ਕੇ ਫਿਰ ਛੱਡਿਆ ਜਾਂਦਾ ਜਿਹਦੇ ਨਾਲ ਗੋਲ-ਗੋਲ ਟਰਬਾਈਨਸ ਚੱਲਦੀਆਂ ਨੇ ਤੇ ਬਿਜਲੀ ਦਾ ਉਤਪਾਦਨ ਹੁੰਦਾ। ਇਸ ਕਰਕੇ ਡੈਮ ਜਿਹੜਾ ਬਣਾਇਆ ਜਾਂਦਾ ਸੀ। ਉਸ ਤੋਂ ਇਲਾਵਾ ਖੇਤਾਂ ਵਿੱਚ ਉਹਨਾਂ ਖੇਤਰਾਂ ਵਿੱਚ ਜਿਨ੍ਹਾਂ ਵਿੱਚ ਪਾਣੀ ਨਹੀਂ ਹੁੰਦਾ ਉਸ ਖੇਤਰ ਦੇ ਖੇਤਾਂ ਵਿੱਚ ਪਾਣੀ ਛੱਡਣ ਦੇ ਲਈ ਵੀ ਡੈਮ ਦਾ ਯੂਜ਼ ਕੀਤਾ ਜਾਂਦਾ ਜਿੱਥੇ ਪਾਣੀ ਸਟੋਰ ਕਰ ਲਿਆ ਜਾਂਦਾ। ਇਟਸ ਰਿਜ਼ਰਵਾਇਰ ਯਾਨੀ
ਜਿਵੇਂ ਘਰ ਦੇ ਵਿੱਚ ਪਾਣੀ ਸਟੋਰ ਕਰਨ ਲਈ ਬਾਲਟੀ ਬਰਤਨ ਹੁੰਦੇ ਨੇ, ਉਵੇਂ ਡੈਮ ਦੇ ਵਿੱਚ ਪਾਣੀ ਸਟੋਰ ਹੁੰਦਾ ਹੈ ਰੈਜ਼ਰਵਾਇਰ। Its reservoir known as Gobind Sagar stores up to 9 billion cubic meters of water। ਵੀ ਇਸ ਭਾਖੜਾ ਡੈਮ ਦਾ ਜਿਹੜਾ ਰੈਜ਼ਰਵਾਇਰ ਹੈ ਜਿਸ ਦੇ ਵਿੱਚ ਪਾਣੀ ਇਕੱਠਾ ਕੀਤਾ ਜਾਂਦਾ ਹੈ, ਭੰਡਾਰ ਹੈ ਜੋ, ਉਹ 9 ਬਿਲੀਅਨ ਕਿਊਬਿਕ ਮੀਟਰ ਜਿਹੜਾ ਪਾਣੀ ਉਹ ਸਟੋਰ ਕਰ ਲੈਂਦਾ। ਹੁਣ ਇਹ ਕਿੰਨੇ ਲੀਟਰ ਹੋਏਗਾ ਤੁਸੀਂ ਆਪ ਸੋਚ ਕੇ ਮੈਨੂੰ ਕਮੈਂਟ ਕਰਕੇ ਦੱਸਿਓ, ਬਹੁਤ ਜ਼ਿਆਦਾ। It is used for irrigating 10 million acres of fields in Himachal Pradesh, Punjab and Haryana। ਤੇ ਪਾਣੀ ਇਸ ਦੀ ਵਰਤੋਂ ਹਿਮਾਚਲ ਦੇ ਵਿੱਚ, ਪੰਜਾਬ, ਹਰਿਆਣਾ ਦੇ ਵਿੱਚ ਲਗਭਗ 10 ਮਿਲੀਅਨ ਏਕੜ ਖੇਤਾਂ ਦੇ ਵਿੱਚ ਸਿੰਚਾਈ ਕਰਨ ਲਈ ਵਰਤਿਆ ਜਾਂਦਾ ਹੈ। The electricity generated in the powerhouse at Bhakra and Nangal is supplied to the states of Himachal Pradesh, Punjab, Haryana, Rajasthan, Gujarat। ਤੇ ਇਹਦੇ ਨਾਲ ਜਿਹੜੀ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ, ਉਸ ਤੋਂ ਬਿਜਲੀ ਜਿਹੜੀ ਹੈ ਕਿੱਥੇ ਕਿੱਥੇ ਪਹੁੰਚਾਈ ਜਾਂਦੀ ਹੈ? ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਤੇ ਗੁਜਰਾਤ ਤੱਕ। ਪੰਡਿਤ ਨਹਿਰੂ ਕਾਲਡ ਭਾਖੜਾ ਡੈਮ ਦ ਟੈਂਪਲ ਆਫ ਮਾਡਰਨ ਇੰਡੀਆ। ਇਹ ਅਕਸਰ ਵੱਡੇ ਪੇਪਰਾਂ ਵਿੱਚ ਪੁੱਛਿਆ ਜਾਂਦਾ ਹੈ ਵੀ ਕਿਹਨੇ ਕਿਹਾ ਸੀ ਵੀ ਆਧੁਨਿਕ ਭਾਰਤ ਦਾ ਮੰਦਿਰ ਜਿਹੜਾ ਹੈ ਉਹ ਭਾਖੜਾ ਨੰਗਲ ਡੈਮ ਹੋਏਗਾ? ਉਹ ਸੀਗੇ ਸਾਡੇ ਪੰਡਿਤ ਨਹਿਰੂ। ਜੇ ਤੁਹਾਨੂੰ ਪੰਡਿਤ ਨਹਿਰੂ ਜੀ ਬਾਰੇ ਨਹੀਂ ਜਾਣਕਾਰੀ ਤਾਂ ਮੈਂ ਦੱਸ ਦਿੰਦੀ, ਇਹਨਾਂ ਦਾ ਪੂਰਾ ਨਾਮ ਸੀ ਪੰਡਿਤ ਜਵਾਹਰ ਲਾਲ ਨਹਿਰੂ, ਸ਼ਾਇਦ ਤੁਹਾਨੂੰ ਪਤਾ ਹੋਵੇ, ਠੀਕ ਹੈ। ਤੇ ਨਾਲ ਦੀ ਨਾਲ ਇਹ ਇੱਕ ਦੇਸ਼ ਭਗਤ ਵੀ ਰਹੇ ਨੇ, ਤੇ ਇੰਡੀਆ ਜਦ ਆਜ਼ਾਦ ਹੋ ਗਿਆ ਸੀ ਤਾਂ ਪਹਿਲੇ ਪ੍ਰਾਈਮ ਮਿਨਿਸਟਰ ਵੀ ਇਹੀ ਬਣੇ ਸੀ, ਠੀਕ ਹੈ। ਸਰ, I can hear the melodious strains of Gurbani. There must be a Gurdwara nearby, said Vicky। ਤੇ ਉਸ ਤੋਂ ਬਾਅਦ ਜਿਹੜਾ ਵਿੱਕੀ ਸੀ ਉਹਨੇ ਸਰ ਨੂੰ ਪੁੱਛਿਆ ਵੀ ਸਰ ਮੈਨੂੰ ਇੱਥੋਂ ਗੁਰਬਾਣੀ ਦੀਆਂ ਜਿਹੜੀਆਂ ਸੁਰੀਲੀਆਂ ਧੁਨਾਂ ਹੁੰਦੀਆਂ ਨੇ ਉਹ ਸੁਣਾਈ ਵਿੱਚ ਪੈ ਰਹੀਆਂ ਨੇ, ਵੀ ਸ਼ਾਇਦ ਆਲੇ ਦੁਆਲੇ ਕਿਤੇ ਕੋਈ ਗੁਰਦੁਆਰਾ ਹੋਏਗਾ। ਮੈਲੋਡੀਅਸ ਯਾਨੀ ਬਹੁਤ ਦਿਲ ਨੂੰ ਜਾਂ ਕੰਨਾਂ ਨੂੰ ਖੁਸ਼ ਕਰ ਦੇਣ ਵਾਲਾ, ਮధుਰ ਜਿਹਨੂੰ ਆਪਾਂ ਕਹਿੰਦੇ ਹਾਂ। ਵੈਲ, we are near the golden temple of Amritsar. It is the holiest shrine of the Sikhs, said Mr. Matthew। ਤੇ ਮਿਸਟਰ ਮੈਥਿਊ ਨੇ ਕਿਹਾ ਵੀ ਬਿਲਕੁਲ ਠੀਕ, ਅਸੀਂ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਦੇ ਨੇੜੇ ਹੈਗੇ ਆ, ਇਹ ਸਿੱਖਾਂ ਦੀ ਸਭ ਤੋਂ ਪਵਿੱਤਰ ਸਥਾਨ ਮੰਨੀ ਜਾਂਦੀ ਹੈ। ਸਰ, they say this temple is surrounded by water, said Chintu। ਤੇ ਚਿੰਟੂ ਨੇ ਕਿਹਾ ਵੀ ਸਰ ਕਹਿੰਦੇ ਆ ਵੀ ਇਹ ਜਿਹੜਾ ਗੁਰਦੁਆਰਾ ਇਹਦੇ ਆਲੇ ਦੁਆਲੇ ਪਾਣੀ ਹੈਗਾ, ਵੀ ਇਹ ਪਾਣੀ ਨਾਲ ਘਿਰਿਆ ਹੋਇਆ। Yes, it is built in the middle of a square tank. To reach the temple there is 60-meter long marble path। ਤੇ ਉਹ ਕਹਿੰਦੇ ਹਾਂਜੀ ਇਹ ਇੱਕ ਪਾਣੀ ਦੇ ਟੈਂਕ ਵਿਚਕਾਰ ਬਣਿਆ ਹੋਇਆ ਹੈ, ਤੇ ਇੱਥੇ ਪਹੁੰਚਣ ਲਈ ਤੁਸੀਂ ਇੱਥੇ ਜਿਹੜਾ ਰਸਤਾ ਹੁੰਦਾ ਜਿਹਦੇ ਵਿੱਚ ਆਪਾਂ ਜਾਂਦੇ 60 ਮੀਟਰ ਦਾ ਹੁੰਦਾ, ਵੀ ਉਹ ਮਾਰਬਲ ਦਾ ਜਿਹੜਾ ਪਾਥ ਹੈ, ਪਥਰੀਲਾ ਰਸਤਾ, ਉਹਨੂੰ ਕਵਰ ਕਰਕੇ ਤੁਸੀਂ ਫਿਰ ਪਹੁੰਚ ਸਕਦੇ ਹੋ ਦਰਸ਼ਨ ਕਰਨ। This path has marble railings on both sides। ਤੇ ਇਸ ਜਿਹੜਾ ਰਸਤਾ ਹੈ ਇਸ ਦੇ ਵਿੱਚ ਸੰਗਮਰਮਰ ਦੀ ਦੋਨੋਂ ਸਾਈਡ ਤੇ ਰੇਲਿੰਗ ਹੈਗੀਆਂ, ਜਿਹਦੇ ਨਾਲ ਆਪਾਂ ਬਾਹਰ ਨਹੀਂ ਡਿੱਗਾਂਗੇ ਨਾ। ਰੇਲਿੰਗ ਮਤਲਬ ਇੱਕ ਬਾਉਂਡਰੀ ਬਣੀ ਹੋਈ ਹੈ। The temple is double story, यानी एक थल्ले फ्लोर है ते एक उत्ते, दो स्टोर्स ने या दो उत्ते आपा कह सकते हैं बिल्डिंग दे विच दो हिस्से ने। It has a golden dome on the top। उत्ते सुनहरी रंग दा एक डोम की हुंदा है, इस तरीके दा, इस शेप दा, जिन्हों कई बार आपा गुंबद भी कहते हैं। The marble slabs used in the construction of the temple have on them fine artistic engravings। भी ਇਹਦੇ ਵਿੱਚ ਗੋਲਡਨ ਟੈਂਪਲ ਬਣਾਉਣ ਦੇ ਵਿੱਚ ਜਿਹੜੀ ਮਾਰਬਲ ਦੀ ਸਲੈਬਸ ਦਾ ਇਸਤੇਮਾਲ ਕੀਤਾ ਗਿਆ ਹੈ, ਉਹਦੇ ਵਿੱਚ ਬਹੁਤ ਵਧੀਆ ਕਾਰੀਗਰੀ ਦੇ ਨਾਲ ਆਪਾਂ ਕਹਿ ਸਕਦੇ ਚਿੱਤਰਕਾਰੀ ਕੀਤੀ ਗਈ ਹੈ, ਕਲਾ ਦਾ ਪ੍ਰਦਰਸ਼ਨ ਕੀਤਾ ਗਿਆ, ਠੀਕ ਹੈ, ਬੇਸ਼ਕੀਮਤੀ। The inner walls are decorated with precious stones। ਤੇ ਅੰਦਰਲੀਆਂ ਜਿਹੜੀਆਂ ਕੰਧਾਂ ਨੇ ਉਹ ਵੀ ਬਹੁਤ ਕੀਮਤੀ ਪੱਥਰਾਂ ਨਾਲ ਸਜਾਈਆਂ ਹੋਈਆਂ ਨੇ। They have on them priceless paintings and other works of art। ਤੇ ਉਹਨਾਂ ਉੱਤੇ ਵੀ ਆਪਾਂ ਕਹਿ ਸਕਦੇ ਹਾਂ ਬੇਸ਼ਕੀਮਤੀ ਚਿੱਤਰਕਾਰੀ ਤੇ ਕਲਾ ਦੇ ਹੋਰ ਕੰਮ ਕੀਤੇ ਹੋਏ ਨੇ। On the ground floor under the dome shaped roof lies Shri Guru Granth Sahib Ji। ਡੋਮ ਸ਼ੇਪ ਦੇ ਥੱਲੇ ਬਿਲਕੁਲ ਗਰਾਊਂਡ ਫਲੋਰ ਦੇ ਵਿੱਚ ਤੁਸੀਂ ਸ਼ਾਇਦ ਗਏ ਹੋਵੋਗੇ, ਤੁਸੀਂ ਦੇਖਿਆ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪਈ ਹੈ। It is a holy book of Sikhs, explained Mr. Matthew। ਤੇ ਉਹਨਾਂ ਨੇ ਦੱਸਿਆ ਵੀ ਇਹ ਸਿੱਖਾਂ ਦੀ ਇੱਕ ਪਵਿੱਤਰ ਗ੍ਰੰਥ ਹੈਗਾ। Do you know it was Shri Guru Arjan Dev Ji, the fifth Guru of Sikhs, who compiled this holy book, asked Mr. Matthew। ਤੇ Mr. Matthew ਨੇ ਪੁੱਛਿਆ ਕਿ ਤੁਸੀਂ ਜਾਣਦੇ ਹੋ ਵੀ ਸਿੱਖਾਂ ਦੇ ਪੰਜਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹ
मतलब ਜਿਹੜੀ ਆਪਣੀ ਗੁਰਬਾਣੀ ਹੈਗੀ ਹੈ ਪਵਿੱਤਰ ਗੁਰਬਾਣੀ ਉਹਨੂੰ ਲਿਖਿਆ ਸੀ। ਅਨੰਦਪੁਰ ਸਾਹਿਬ is another place of Sikh pilgrimage, यानी अनंदपुर साहिब ਜਿਹੜੀ ਹੈ ਸਿੱਖਾਂ ਦੀ ਇੱਕ ਹੋਰ ਤੀਰਥ ਸਥਾਨ ਵਿੱਚੋਂ ਗਿਣਿਆ ਜਾਂਦਾ ਹੈ। It is a small town on the left bank of the Satluj river। ਜੇ ਸਤਲੁਜ ਰਿਵਰ ਹੈਗੀ ਹੈ ਇਹਦੇ ਲੈਫਟ ਸਾਈਡ ਤੇ ਕੰਢੇ ਤੇ ਇੱਕ ਛੋਟਾ ਜਿਹਾ ਟਾਊਨ ਹੈਗਾ। ਆਪਾਂ ਕਹਿ ਸਕਦੇ ਹਾਂ ਸਤਲੁਜ ਨਦੀ ਜੋ ਪੰਜਾਬ ਦੀਆਂ ਨਦੀਆਂ ਵਿੱਚੋਂ ਇੱਕ ਹੈਗੀ ਹੈ ਉਹਦੇ ਬਿਲਕੁਲ ਕੰਢੇ ਤੇ ਹੈਗਾ। It was founded by Shri Guru Tegh Bahadur ji। ਦੀ ਸਥਾਪਨਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ। Lakhs of Sikhs gather here annually to celebrate the founding of Khalsa by Guru Gobind Singh ji in 1699। ਤੇ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਉਸ ਨੂੰ ਮਨਾਉਣ ਦੇ ਲਈ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਇੱਥੇ ਲੋਕ ਇਕੱਠੇ ਹੁੰਦੇ ਨੇ। ਅੱਗੇ ਸਰ ਲੁੱਕ ਹੀਅਰ, this is the model of a beautifully planned city। It has a number of gardens। Isn't this Chandigarh? asked Raju। ਤੇ ਰਾਜੂ ਫਿਰ ਕਹਿੰਦਾ ਸਰ ਇੱਥੇ ਦੇਖੋ ਇੱਥੇ ਬਹੁਤ ਸੁੰਦਰ ਇੱਕ ਯੋਜਨਾ ਦੇ ਨਾਲ ਬਣਾਇਆ ਹੋਇਆ ਸ਼ਹਿਰ ਦਾ ਇੱਕ ਨਮੂਨਾ ਹੈਗਾ, ਮਾਡਲ ਹੈਗਾ। ਇਸ ਮਾਡਲ ਦੇ ਵਿੱਚ ਦਿਖਾਇਆ ਗਿਆ ਵੀ ਬਹੁਤ ਸਾਰੇ ਬਾਗ ਹੈਗੇ ਨੇ, ਤੁਹਾਨੂੰ ਨਹੀਂ ਲੱਗਦਾ ਇਹ ਚੰਡੀਗੜ੍ਹ? ਮਿਸਟਰ ਮੈਥਿਊ replied, yes, this is Chandigarh। This beautiful city situated at the foot of the Shivalik Hills। It was designed by a famous French architect Le Corbusier। ਤੇ ਇੱਥੇ ਦੱਸਿਆ ਗਿਆ ਵੀ ਇੱਥੇ ਹਾਂ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਚੰਡੀਗੜ੍ਹ ਹੀ ਹੈਗੀ ਹੈ ਜਿਹਨੂੰ ਖੂਬਸੂਰਤ ਸ਼ਹਿਰ ਕਿਹਾ ਜਾਂਦਾ ਹੈ ਜੋ ਸ਼ਿਵਾਲਿਕ ਦੇ ਜਿਹੜੇ ਪਹਾੜ ਹੈਗੇ ਨੇ ਉਹਨਾਂ ਦੇ ਫੁੱਟ ਤੇ ਯਾਨੀ ਬਿਲਕੁਲ ਥੱਲੇ ਉਹਦੇ ਸਿਚੁਏਟਡ ਹੈਗਾ ਪੈਰਾਂ ਦੇ ਵਿੱਚ। ਤੇ ਇਹਦੀ ਡਿਜ਼ਾਈਨਿੰਗ ਕੀਤੀ ਸੀ ਫ੍ਰੈਂਚ ਆਰਕੀਟੈਕਟ ਨੇ ਲੈ ਕਾਰਬੂਜ਼ਰ। ਇਹ ਬਹੁਤ ਜ਼ਰੂਰੀ ਨਾਮ ਹੈਗਾ ਤਾਂ ਹੀ ਮੈਂ ਅੰਡਰਲਾਈਨ ਕਰਤਾ ਹੈ ਵੀ ਚੰਡੀਗੜ੍ਹ ਕੀ ਨੇ ਡਿਜ਼ਾਈਨ ਕੀਤਾ ਸੀ। Being very close to the hills, Chandigarh has a calm and pleasant atmosphere। ਕਿਉਂਕਿ ਇਹ ਪਹਾੜੀਆਂ ਦੇ ਬਹੁਤ ਜ਼ਿਆਦਾ ਨੇੜੇ ਇਸ ਕਰਕੇ ਚੰਡੀਗੜ੍ਹ ਦਾ ਜਿਹੜਾ ਤਾਪਮਾਨ ਹੈ ਜਾਂ ਮਾਹੌਲ ਹੈ ਬਹੁਤ ਸ਼ਾਂਤ ਤੇ ਸੁਹਾਵਣਾ ਹੁੰਦਾ ਹੈ। The Rose Garden of Chandigarh is world famous। ਤੇ ਚੰਡੀਗੜ੍ਹ ਦੇ ਵਿੱਚ ਰੋਜ਼ ਗਾਰਡਨ ਜਿਹੜਾ ਹੈ ਬਹੁਤ ਪ੍ਰਸਿੱਧ ਹੈ, ਸ਼ਾਇਦ ਤੁਸੀਂ ਵੀ ਸੁਣਿਆ ਹੋਵੇਗਾ। The city was formally declared open in October 1953 by Dr. Rajinder Prasad, the former president of India। ਤੇ ਇਹ ਜਿਹੜੀ ਸਿਟੀ ਹੈਗੀ ਹੈ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਚੰਡੀਗੜ੍ਹ, ਇਹਨੂੰ ਓਪਨ ਕਰ ਦਿੱਤਾ ਗਿਆ ਸੀ ਯਾਨੀ ਡਿਕਲੇਅਰ ਕਰ ਦਿੱਤਾ ਗਿਆ ਸੀ। ਉਹ ਕਦੋਂ ਡਿਕਲੇਅਰ ਕੀਤਾ ਗਿਆ ਸੀ? ਅਕਤੂਬਰ 1953 ਦੇ ਵਿੱਚ। ਕਿਹਦੇ ਦੁਆਰਾ? ਡਾਕਟਰ ਰਜਿੰਦਰ ਪ੍ਰਸਾਦ ਜੀ ਦੁਆਰਾ, ਜੋ ਕਿ ਫਾਰਮਰ ਯਾਨੀ ਪੁਰਾਣੇ ਪ੍ਰੈਜ਼ੀਡੈਂਟ ਰਹੇ ਆ। ਐਕਚੁਅਲੀ ਇਹ ਪਹਿਲੇ ਪ੍ਰੈਜ਼ੀਡੈਂਟ ਰਹੇ ਇੰਡੀਆ ਜਦ ਆਜ਼ਾਦ ਹੋ ਗਿਆ ਸੀ ਉਸ ਟਾਈਮ ਤੇ ਜਿਹੜੇ ਪ੍ਰੈਜ਼ੀਡੈਂਟ ਰਹੇ ਆ ਉਹਨਾਂ ਦੁਆਰਾ ਇਹਦਾ ਇਨੋਗ੍ਰੇਸ਼ਨ ਕੀਤਾ ਗਿਆ ਸੀ। आगे, sir, there are some shops here that sell sports goods। I would like to buy a cricket bat and a ball, said Vicky। ਤੇ ਵਿਕੀ ਕਹਿੰਦਾ ਸਰ ਇੱਥੇ ਕੁਝ ਦੁਕਾਨਾਂ ਹੈਗੀਆਂ ਜੋ ਕਿ ਖੇਡ ਦਾ ਸਮਾਨ ਵੇਚਦੀਆਂ ਨੇ ਤੇ ਮੈਂ ਇੱਕ ਕ੍ਰਿਕਟ ਦਾ ਬੈਟ ਤੇ ਇੱਕ ਗੇਂਦ ਖਰੀਦਣੀ ਚਾਹੁੰਦਾ। But before you buy, could you tell me which city in Punjab manufactures these goods? asked Matthew। ਤੇ ਮੈਥਿਊ ਸਰ ਨੇ ਕਿਹਾ ਠੀਕ ਹੈ ਖਰੀਦ ਲਓ, ਪਰ ਖਰੀਦਣ ਤੋਂ ਪਹਿਲਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਪੰਜਾਬ ਵਿੱਚ ਕਿਹੜਾ ਸ਼ਹਿਰ ਹੈਗਾ ਜੋ ਇਹ ਸਮਾਨ ਬਣਾਉਂਦਾ? No sir, replied Vicky। ਵਿਕੀ ਕਹਿੰਦਾ ਸਰ ਮੈਨੂੰ ਤਾਂ ਪਤਾ ਨਹੀਂ। Well, it is Jalandhar, said Mr. Matthew। ਤੇ ਜਿਹੜੇ ਮਿਸਟਰ ਮੈਥਿਊ ਉਹਨਾਂ ਨੇ ਕਿਹਾ ਵੀ ਖੇਲ ਕੂਦ ਦਾ ਜਿਹੜਾ ਸਮਾਨ ਹੈਗਾ ਉਹ ਜਲੰਧਰ ਵਿੱਚ ਬਣਦਾ ਹੈ। It is one of the most important centers for the manufacturing of sports goods in the country। ਤੇ ਪੂਰੇ ਦੇਸ਼ ਦੇ ਵਿੱਚ ਖੇਡ ਤੋਂ ਰਿਲੇਟਡ ਜੋ ਸਮਾਨ ਬਣਦਾ ਹੈ ਠੀਕ ਹੈ ਉਹ ਜਲੰਧਰ ਹੈਗੇ ਜਿੱਥੇ ਇਹਦਾ ਨਿਰਮਾਣ ਕੀਤਾ ਜਾਂਦਾ ਹੈ ਸਮਾਨ ਦਾ ਤੇ ਬਹੁਤ ਮਹੱਤਵਪੂਰਨ ਕੇਂਦਰ ਹੈਗੇ ਨੇ ਇੱਥੇ। The other shops there have woolen hosiery goods। ਤੇ ਉਸ ਤੋਂ ਇਲਾਵਾ ਇੱਥੇ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਉੱਥੇ ਵੂਲਨ ਜਿਹੜਾ ਆਪਾਂ ਸਰਦੀਆਂ ਦੇ ਵਿੱਚ ਨਹੀਂ ਪਾਉਂਦੇ ਕੱਪੜਾ ਠੀਕ ਹੈ ਤੇ ਵੂਲਨ ਹੋਇਜ਼ਰੀ ਦੇ ਸਮਾਨ ਹੈਗੇ ਨੇ, ਗੁੱਡਸ ਹੈਗੇ ਨੇ, ਜਿਵੇਂ ਤੁਸੀਂ ਕਹਿ ਸਕਦੇ ਹੋ ਸਰਦੀਆਂ ਵਿੱਚ ਪਾਉਣ ਵਾਲੀਆਂ ਜੁਰਾਬਾਂ ਹੋ ਗਈਆਂ, ਹੱਥਾਂ ਤੇ ਪਾਉਣ ਵਾਲਾ ਸਮਾਨ ਹੋ ਗਿਆ, ਸ਼ੂਜ਼ ਦੇ ਵਿੱਚ ਜਿਹੜੀ ਆਪਾਂ ਸੌਕਸ ਪਾਉਂਦੇ ਆ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। They are from Ludhiana। ਤੇ ਉਹ ਸਾਰੀਆਂ ਚੀਜ਼ਾਂ ਲੁਧਿਆਣਾ ਵਿੱਚ ਬਣਦੀਆਂ ਨੇ। 95% of our hosiery industry is in Ludhiana। ਜਿੰਨੇ ਵੀ ਕੱਪੜੇ ਕੁਪੜੇ ਬਣਦੇ ਨੇ ਕੱਪੜੇ ਦਾ ਜ਼ਿਆਦਾ ਕੰਮ ਲੁਧਿਆਣਾ ਵਿੱਚ ਹੁੰਦਾ ਹੈ। Would you like to buy some hosiery goods also? ਵੀ ਤੁਸੀਂ ਹੋਇਜ਼ਰੀ ਦੇ ਗੁੱਡਸ ਸਮਾਨ ਖਰੀਦਣਾ ਚਾਹੁੰਦੇ ਹੋ ਸਰਦੀਆਂ ਦਾ ਸਮਾਨ?
नो सर आई कांट डिसाइड विच वंस टू बाय। ते बच्चे कहते ने नहीं सर मैं डिसाइड नहीं कर पा रहा भी केड़ा खरीदा। सच परचेजेस आर मेड बाय माय पेरेंट्स सेड चिंटू। ते चिंटू कहंदा भी ਇਹ ਜੀਆਂ ਚੀਜ਼ਾਂ ਤਾਂ ਮਾਤਾ ਪਿਤਾ ਹੀ ਖਰੀਦਦੇ ਨੇ, ਮੈਨੂੰ ਜ਼ਿਆਦਾ ਸਮਝ ਨਹੀਂ ਹੈ। वेल चिल्ड्रन, you would perhaps like to taste these Amritsari jalebis, said Mr. Matthew, मूविंग टुवर्ड्स अ स्वीट शॉप। ते फिर एक मिठाई की दुकान वाल वादे हुए मिस्टर मैथ्यू कहते भी खैर बच्चों तुसी शायद ना अमृतसर दी जलेबियां दा स्वाद लेना चाहोगे। All the children followed him with smiles on their faces। ते उन्हां पिछे पिछे सारे बच्चे मुस्कुरांदे हुए चले गए। ते मैं उम्मीद करदी हां तुसी कुछ ना कुछ नवी चीज जरूर सीखी होएगी इस चैप्टर विच। हुण इत्थे एक्टिविटी दित्ती गई है, मैच द वर्ड्स अंडर कॉलम ए विद देयर एंटोनिम्स। एंटोनिम यानी ऑपोजिट, उल्टा मतलब, अंडर कॉलम बी ਇਹਦੇ ਵਿੱਚ ਇਹਦੇ opposite ਦੇ ਨਾਲ ਤੁਸੀਂ मैच करना है। ਇਹਦਾ आंसर मैं ਇੱਥੇ ਲਿਖਿਆ है, एग्जिट बाहर निकलना, एंट्रेंस अंदर आना, लीड आगे जाना, फॉलो पीछे पीछे आना, रेस उत्ते करना या उच्चा, लोअर थले, ऑर्डर करना, रिक्वेस्ट करना बेनती, ब्रॉड चौड़ा, नैरो तंग, नॉर्थ उल्टा साउथ, फेमस मशहूर, नोटोरियस बदनाम भी कह सकते हैं, सक्सीड सफल, फेल असफल, फ्रीडम आज़ादी, स्लेवरी गुलामी, असेंबल इकट्ठे होना, डिस्पर्स खिड़ जाना। आगे चलते हैं, इत्थे हैगा एक्टिविटी 3, द सेंटेंसेस गिवन बिलो हैव टू ब्लैंक्स। इत्थे दो ब्लैंक्स दिते हुए ने, टू वर्ड्स आर गिवन इन द ब्रैकेट। इत्थे दो वर्ड्स दिते गए ने, फिल इन द ब्लैंक्स चूजिंग द करेक्ट वर्ड। ब्रैकेट विचों सही वर्ड चुन के तुसी इत्थे भरना है। With a blank face she said my purse is empty। मतलब चेहरे ते कोई भी एक्सप्रेशन नहीं सी, उन्हें कहा मेरा पर्स तां खाली है। Little children have small hands। छोटे बच्चों दे बहुत छोटे छोटे हाथ हुंदे ने, इदां नहीं लिख सकते small children, बच्चे little ही हुंदे ने। That handsome young man has a beautiful wife। ओहो handsome जे आदमी दे एक बहुत सोहनी जी वाइफ हैगी है। The weak old man spoke in a feeble voice। वो जिहड़ा बेचारा कमजोर जिहा बुजुर्ग आदमी सी, वो बहुत कमजोर आवाज दे विच बोलिया। जे तुहानू लोकां नू feeble दा मतलब नहीं पता, ਇਹਦਾ मतलब ਹੁੰਦਾ है वीक, जब एनर्जी नहीं होती। अगे, the principal of our school is a man of principles। ਹੁਣ ਇੱਥੇ ਪ੍ਰਿੰਸੀਪਲ ਦਾ ਸਪੈਲਿੰਗ ਦੇਖੋ, ਯਾਨੀ ਸਾਡੇ ਜਿਹੜੇ ਸਕੂਲ ਦੇ ਹੈਡਮਾਸਟਰ ਹੈਗੇ ਨੇ, PAL ਆਉਂਦਾ ਹੈ, ਉਹ ਅਸੂਲਾਂ ਵਾਲੇ ਆਦਮੀ ਹੈਗੇ ਨੇ। ਉਹ ਅਸੂਲਾਂ ਦਾ ਜਿਹੜਾ ਸਪੈਲਿੰਗ ਹੈ PLES ਆਉਂਦਾ ਹੈ। You should live in unity because union is strength। ਤੁਹਾਨੂੰ ਇਕੱਠੇ ਰਹਿਣਾ ਚਾਹੀਦਾ ਕਿਉਂਕਿ ਏਕਤਾ ਦੇ ਵਿੱਚ ਹੀ ਤਾਕਤ ਹੈਗੀ ਹੈ। He is a tall man with a round face and a high forehead। ਵੀ ਉਹ ਉੱਚਾ ਲੰਬਾ ਆਦਮੀ ਹੈ, ਮੂੰਹ ਗੋਲ ਜਿਹਾ ਤੇ ਹਾਈ forehead, ਮੱਥਾ ਜਿਹੜਾ ਹੈ ਉੱਚੇ ਦੇ ਨਹੀਂ, ਮਤਲਬ ਉੱਤੇ ਹੈਗਾ ਥੋੜਾ। ਅਗਲਾ, learning to read and comprehend, answer each of the questions briefly। briefly यानी जिन्ना छोटा करके लिख सको। What is special about भांगड़ा? भांगड़ा बारे की खास है? The Bhangra dance is full of energy। ਇਹਦੇ ਵਿੱਚ ਤਾਕਤ ਲੱਗਦੀ ਹੈ। It shows the great zest for life of the Punjabis। ਵੀ ਉਹਨਾਂ ਦਾ ਪੰਜਾਬੀਆਂ ਦਾ ਕਿੰਨਾ ਜੋਸ਼ ਹੈ ਜ਼ਿੰਦਗੀ ਜੀਣ ਦੇ ਲਈ, ਉਹ ਦਰਸਾਉਂਦਾ ਹੈ। Why do you think that the Punjabis are self-respecting people? ਤੁਹਾਨੂੰ ਕਿਉਂ ਲੱਗਦਾ ਹੈ ਜਾਂ ਤੁਸੀਂ ਕਿਉਂ ਸੋਚਦੇ ਹੋ ਕਿ ਪੰਜਾਬੀ ਸਵੈ ਮਾਣ ਵਾਲੇ ਲੋਕ ਹੈਗੇ ਨੇ? We can say that because Punjabis would never beg or show their back in battlefield। ਨਾ ਤਾਂ ਉਹ ਭੀਖ ਮੰਗਦੇ ਨੇ ਤੇ ਨਾ ਹੀ ਲੜਾਈ ਦੇ ਜੰਗ ਦੇ ਮੈਦਾਨ ਵਿੱਚ ਪਿੱਠ ਦਿਖਾ ਕੇ ਵਾਪਸ ਆਉਂਦੇ ਨੇ। What was Punjab's role in the struggle for India's independence? ਭਾਰਤ ਦੀ ਆਜ਼ਾਦੀ ਦੇ ਵਿੱਚ ਜਾਂ ਸੰਘਰਸ਼ ਦੇ ਵਿੱਚ ਪੰਜਾਬੀਆਂ ਨੇ ਜਾਂ ਪੰਜਾਬ ਨੇ ਕੀ ਭੂਮਿਕਾ ਨਿਭਾਈ ਸੀ? ਤੇ ਇੱਥੇ ਮੈਂ ਆਨਸਰ ਲਿਖਿਆ, ਲਾਲਾ ਲਾਜਪਤ ਰਾਏ, ਭਗਤ ਸਿੰਘ, ਸੁਖਦੇਵ, Uddham Singh, Kartar Singh Sarabha and many other Punjabis sacrificed their life for the sake of their motherland। इन्हां सारे सूरमियां ने, पंजाबियां ने अपनी मात भूमि दी खातर अपनियां जाना कुर्बान करतियां सी। आगे, what did General O'Dwyer do at the Jallianwala Bagh in Amritsar? General O'Dwyer ने Jallianwala Bagh अमृतसर दे विच की कीता सी? On April 13, 1919, about 20,000 people had gathered here, ये आप लिख सकते हैं there, for a public meeting। General Dyer, ਇਹਦੇ ਸਪੈਲਿੰਗ ਤੁਸੀਂ ਉਹੀ ਲਿਖਿਓ ਜੋ ਬੁੱਕ ਦੇ ਵਿੱਚ ਦਿੱਤੇ ਗਏ ਨੇ। ਕੁਝ ਲੋਗ DY ਇਹਦਾ ਲਿਖਦੇ ER,
पर आपां यही वाले स्पैलिंग चूज करने ने। DWYER। जनरल डायर ऑर्डर्ड हिज राइफलमैन टू फायर एट द क्राउड। उत्थे लोग इकट्ठे हुए सी ते जनरल डायर ने जाके कहता भी इन्हां ते गोलियां चला दो, भुन दो। Which states have benefited from the भाखड़ा नंगल प्रोजेक्ट? ਕਿਹੜੀ ਕਿਹੜੇ ਰਾਜ ਹੈਗੇ ਨੇ ਜਿਨ੍ਹਾਂ ਨੂੰ ਭਾਖੜਾ ਨੰਗਲ ਪ੍ਰੋਜੈਕਟ ਜਿਹੜਾ ਡੈਮ ਹੈਗਾ ਉਹਦੇ ਤੋਂ ਲਾਭ ਹੋਇਆ, ਫਾਇਦਾ ਹੋਇਆ, ਬਿਜਲੀ ਮਿਲਦੀ ਹੈ ਜਾਂ ਸਿੰਚਾਈ ਲਈ ਪਾਣੀ ਮਿਲਦਾ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਇੱਥੇ ਤੱਕ ਕਿ ਗੁਜਰਾਤ have benefited from this project, ਸਾਰਿਆਂ ਨੂੰ ਫਾਇਦਾ ਹੋਇਆ। What is the religious importance of ਅਨੰਦਪੁਰ ਸਾਹਿਬ? ਅਨੰਦਪੁਰ ਸਾਹਿਬ ਦੀ ਰਿਲੀਜੀਅਸ ਇੰਪੋਰਟੈਂਸ ਕੀ ਹੈ, ਧਾਰਮਿਕ ਮਹੱਤਵਤਾ ਕੀ ਹੈਗੀ ਹੈ? In Anandpur Sahib, the Khalsa was founded by Guru Gobind Singh Ji. Guru Gobind Singh Ji ने खालसा पंथ की स्थापना की थी। Lakhs of Sikhs gathered here every year to celebrate the founding of Khalsa. ते इस करके इत्थे हर साल ਲੱਖਾਂ ਦੀ ਗਿਣਤੀ ਵਿੱਚ ਸਿੱਖ ਇਕੱਠੇ ਹੁੰਦੇ ਨੇ ਉਸ ਸਥਾਪਨਾ ਨੂੰ ਮਨਾਉਣ ਦੇ ਲਈ। Where is Chandigarh situated? What is it known for? ਚੰਡੀਗੜ੍ਹ ਕਿੱਥੇ ਸਥਿਤ ਹੈ ਤੇ ਕਿਸ ਲਈ ਜਾਣਿਆ ਜਾਂਦਾ ਹੈ, ਮਸ਼ਹੂਰ ਹੈ? Chandigarh is situated at the foot hills of Shivalik, या तुसी लिख सकते हो foot of the Shivalik hills, इको गल। It is known for its rose gardens, ते वो अपने rose garden भी जानिया जाता है। rose gardens नहीं, rose garden। आगे 8वां सवाल, What are Jalandhar and Ludhiana famous for? Jalandhar ते Ludhiana किस चीज ਲਈ ਮਸ਼ਹੂਰ ਹੈਗੇ ਨੇ? Jalandhar is famous for its sports goods। Jalandhar sports ਦੇ ਸਮਾਨ ਲਈ ਮਸ਼ਹੂਰ ਹੈਗਾ ਤੇ Ludhiana is famous for its woolen hosiery इंडस्ट्री, कपड़ियां ਲਈ। Who compiled the holy श्री गुरु ग्रंथ साहिब जी? श्री गुरु ग्रंथ साहिब जी किने पूरी कीती सी? वो कीती सी श्री गुरु अर्जन देव जी ने, जो कि 5वें गुरु साहब हैगे ने सिखां दे। अगला, What do you know about the holiest shrine of Sikhs? सिखां दे सब तो महत्वपूर्ण या ਆਪਾਂ ਕਹਿ ਸਕਦੇ ਹਾਂ ਸਭ ਤੋਂ ਪਵਿੱਤਰ ਸਥਾਨ ਬਾਰੇ ਤੁਸੀਂ ਕੀ ਜਾਣਦੇ ਹੋ? Golden Temple of Amritsar is the holiest shrine of Sikhs। ये सिखां दी सब तो पाक या ਆਪਾਂ ਕਹਿ ਸਕਦੇ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। It is built in the middle of a tank। ਇਹ ਟੈਂਕ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਹੈ। It has a golden dome on the top। ਦੇ ਉੱਤੇ ਇਹਦੇ ਸੁਨਹਿਰੀ ਜਿਹਾ ਇੱਕ ਗੁੰਬਦ ਵੀ ਹੈਗਾ। ਅੱਗੇ ਟਰੂ ਜਾਂ ਫਾਲਸ ਦੱਸਣਾ ਹੈ। ਪਹਿਲਾ ਹੈਗਾ ਜਨਰਲ ਉਡਾਇਰ ਲਿਵਡ ਇਨ ਜਲਿਆਂਵਾਲਾ ਬਾਗ। ਉਹ ਜਲਿਆਂਵਾਲਾ ਬਾਗ ਰਹਿੰਦਾ ਸੀ? ਨਹੀਂ, ਬਾਹਰੋਂ ਆਇਆ ਸੀ ਨਾ। ਲੀ ਕੋਰਬੂਜ਼ਰ was a great Indian architect। ਉਹ ਇੰਡੀਆ ਦਾ ਆਰਕੀਟੈਕਟ ਸੀ। ਕਿੱਥੇ ਦਾ ਸੀ? ਫਰਾਂਸ ਤੋਂ ਆਇਆ ਸੀ, ਜਾਂ ਆਪਾਂ ਕਹਿ ਸਕਦੇ ਹਾਂ ਫ੍ਰੈਂਚ, FRENCH। ਭਗਤ ਸਿੰਘ was hanged on 13th April 1990। ਨਹੀਂ, ਇਦਾਂ ਤਾਂ ਜਲਿਆਂਵਾਲਾ ਬਾਗ ਦਾ ਸਾਕਾ ਹੋਇਆ ਸੀ। The Golden Temple has a tank all around it। Golden Temple ਦੇ ਆਲੇ ਦੁਆਲੇ ਜਾਂ ਚਾਰੇ ਪਾਸੇ ਸਰੋਵਰ ਹੈ। ਜੀ ਹਾਂ। India became an independent country in 1947। ਭਾਰਤ ਆਜ਼ਾਦ ਹੋਇਆ ਸੀ 1947 ਵਿੱਚ। ਜੀ ਹਾਂ। The Punjabis have faced many foreign invasions। ਪੰਜਾਬੀਆਂ ਨੇ ਕਈ ਵਿਦੇਸ਼ੀ ਹਮਲਿਆਂ ਦਾ ਸਾਹਮਣਾ ਕੀਤਾ, ਇਹ ਵੀ ਸੱਚ ਹੈਗਾ। ਗੁਰੂ ਗੋਬਿੰਦ ਸਿੰਘ ਜੀ founded the Khalsa in 1966। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ 1669 ਵਿੱਚ ਕੀਤੀ ਸੀ। ਇਹ ਗਲਤ ਹੈ। ਇਹਦੇ ਵਿੱਚ ਕੀ ਗਲਤ ਹੈ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਲਾਲਾ ਲਾਜਪਤ ਰਾਏ ਇਜ਼ ਨੋਨ ਐਜ਼ ਸ਼ਹੀਦ ਆਜ਼ਮ ਆਫ ਇੰਡੀਆ। ਇਹਨਾਂ ਨੂੰ ਸ਼ਹੀਦ ਆਜ਼ਮ ਕਿਹਾ ਜਾਂਦਾ ਹੈ, ਗਲਤ। ਕਿਹਨੂੰ ਕਿਹਾ ਜਾਂਦਾ ਹੈ? ਕਮੈਂਟ ਸੈਕਸ਼ਨ ਵਿੱਚ ਦੱਸਿਓ। ਦ ਭਾਖੜਾ ਡੈਮ ਇਜ਼ 518 ਫੀਟ ਹਾਈ ਐਂਡ 740 ਫੀਟ ਵਾਈਡ। ਇਹ ਇੰਨਾ ਲੰਬਾ ਤੇ ਇੰਨਾ ਚੌੜਾ ਹੈਗਾ, ਗਲਤ ਹੈਗਾ। ਕਿੰਨਾ ਲੰਬਾ ਤੇ ਚੌੜਾ ਹੈ ਕਮੈਂਟ ਸੈਕਸ਼ਨ ਵਿੱਚ ਦੱਸਿਓ। 50% ਆਫ ਇੰਡੀਆਜ਼ ਹੋਇਜ਼ਰੀ ਇੰਡਸਟਰੀ ਇਜ਼ ਇਨ ਲੁਧਿਆਣਾ। 50% ਹੀ ਹੋਇਜ਼ਰੀ ਦੀ ਇੰਡਸਟਰੀ ਲੁਧਿਆਣਾ ਵਿੱਚ ਹੈ? ਨਹੀਂ, ਜ਼ਿਆਦਾ। डॉक्टर राजेंद्र प्रसाद was the president of India in 1953। बिल्कुल ठीक हैगा ये गल भी राजेंद्र प्रसाद जी भारत के सब तो पहले प्रेसिडेंट रहे हैगे हैं। आगे चंडीगढ़ is situated on the left bank of सतलुज river। सतलुज नदी के लेफ्ट कंढे ते हैगा चंडीगढ़ बसिया होया। फॉल्स केड़ी थां बसी हुई है कमेंट सेक्शन दे विच जरूर दस्सियो। आगे टिक मार्क मारना है आपां। The Jallianwala Bagh massacre took place on। Jallianwala Bagh ਦਾ ਸਾਕਾ ਕਦੋਂ ਹੋਇਆ ਸੀ? 1919 ਵਿੱਚ। The recognition of Punjab took place in। ਪੰਜਾਬ ਕਦ ਬਣਿਆ ਸੀ? 1966 ਵਿੱਚ। ਕੁੱਲੂ ਐਂਡ ਮਨਾਲੀ are parts of। ਕੁੱਲੂ ਮਨਾਲੀ ਹੁਣ ਕਿਸ ਦਾ ਹਿੱਸਾ ਹੈਗੇ ਨੇ? ਹਿਮਾਚਲ ਪ੍ਰਦੇਸ਼ ਦਾ।
ਸ਼੍ਰੀ ਗੁਰੂ ਅਰਜਨ ਦੇਵ ਜੀ ਵਾਸ ਡੈਸ਼ ਆਫ ਦ ਸਿਕਸ, ਉਹ ਪੰਜਵੇਂ ਗੁਰੂ ਸਾਹਿਬ ਹੈਗੇ ਨੇ ਸਿੱਖਾਂ ਦੇ। ਤੇ ਇਹ ਸੀਗੀ ਅੱਜ ਦੀ ਕਲਾਸ। ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਸਬਜੈਕਟ ਵਰਬ ਅਗਰੀਮੈਂਟ ਜਿਹੜਾ ਹੈਗਾ ਉਹਨੂੰ ਚੰਗੀ ਤਰ੍ਹਾਂ ਪੜਾਂਗੇ। ਜੇ ਇਹ ਵੀਡੀਓ ਚੰਗੀ ਲੱਗੀ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਫੇਰ ਮਿਲਦੇ ਹਾਂ। ਟਿਲ ਦੈਨ ਟੇਕ ਕੇਅਰ, ਬਾਏ ਬਾਏ।